ਜੇਕਰ ਤੁਸੀਂ ਟੈਕਨੋਲੋਜੀ ਨਾਲ ਜੁੜੀ ਹੋਈ ਬੈਚਲਰਸ ਕੀਤੀ ਹੈ, ਮਾਸਟਰਸ ਕੀਤੀਆਂ ਨੇ, ਕਿਸੇ ਐਸੇ ਪ੍ਰੋਗਰਾਮ ਦੀ ਭਾਲ ਚੋਂ ਜੋ ਡਾਇਰੈਕਟ ਤੁਹਾਨੂੰ ਪੀਆਰ ਕੈਨੇਡਾ ਦੀ ਦਵਾ ਸਕਦੇ ਹੈ, ਤਾਂ ਤੁਸੀਂ ਬਿਲਕੁਲ ਸਹੀ ਪਲੇਟਫਾਰਮ ਤੇ ਹੋ। ਤੁਸੀਂ ਇਮੀਗ੍ਰੇਸ਼ਨ ਇਨਸਾਈਟਸ ਵਿਦ ਮਨਦੀਪ ਦੇਖ ਰਹੇ ਹੋ। ਵੈਸਟਰਨ ਓਵਰਸੀਜ਼ ਦੇ ਐਮਡੀ ਮਿਸਟਰ ਪ੍ਰਦੀਪ ਬਾਲਨ ਜੀ ਮੇਰੇ ਨਾਲ ਜੁੜੇ ਨੇ, ਨਾਲ ਦੀ ਨਾਲ ਆਰਸੀਆਈਸੀ ਮੈਂਬਰ ਮਿਸਟਰ ਜਸਮੀਤ ਜੀ ਵੀ ਮੇਰੇ ਨਾਲ ਨੇ। ਇਹਨਾਂ ਦਾ ਵੈਲਕਮ ਹੈ। ਅੱਜ ਅਸੀਂ ਡਿਟੇਲ 'ਚ ਗੱਲਬਾਤ ਕਰਨੀ ਹੈ ਇਸ ਟੌਪਿਕ ਦੇ ਉੱਪਰ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਜਿਨ੍ਹਾਂ ਕੈਂਡੀਡੇਟਸ ਨੇ ਬੈਚਲਰਸ ਜਾਂ ਮਾਸਟਰਸ ਕੀਤੀ ਹੈ, ਬਹੁਤ ਸਾਰੇ ਲੋਕ ਪ੍ਰੈਫਰ ਕਰਦੇ ਨੇ ਸਟੱਡੀ ਵੀਜ਼ਾ ਨੂੰ, ਬਟ ਜਦੋਂ ਅਸੀਂ ਆਫ ਕੈਮਰਾ ਡਿਸਕਸ ਕਰ ਰਹੇ ਸੀ ਕਿ ਬਹੁਤ ਸਾਰੇ ਐਸੇ ਪ੍ਰੋਗਰਾਮਸ ਵੀ ਨੇ ਜਿਨ੍ਹਾਂ ਦੇ ਤਹਿਤ ਡਾਇਰੈਕਟ ਪੀਆਰ ਲਈ ਜਾ ਸਕਦੀ ਹੈ, ਤਾਂ ਉਹਦੀ ਡਿਟੇਲਸ ਅਸੀਂ ਗੱਲ ਕਰਨਾ ਚਾਹਾਂਗੇ। ਕੀ ਬੇਸਿਕ ਰਿਕੁਆਇਰਮੈਂਟ ਹੈ, ਕਿਹੜਾ ਉਹ ਪ੍ਰੋਗਰਾਮ ਹੈ ਜਿਹਦੇ ਤਹਿਤ ਖਾਸ ਤੌਰ ਤੇ ਟੈਕਨੋਲੋਜੀ ਨੂੰ ਟਾਰਗੇਟ ਕੀਤਾ ਗਿਆ? ओके सो मनदीप जी, एक बड़ा ही अच्छा प्रोग्राम है स्पैशली अल्बर्टा प्रोविंस का, जिसका नाम है अल्बर्टा एक्सलेटर टैक पाथवे। ਇਹਦਾ मतलब हैगा एक्सलेटर मतलब कि ਇਹਦੀ ਪ੍ਰੋਸੈਸਿੰਗ ਬੜੀ ਹੀ ਫਾਸਟ ਹੈ। ਫਾਸਟ ਕਿਉਂ ਹੈ? ਕਿਉਂਕਿ ਇਹਨਾਂ ਨੂੰ ਜਿਹੜੀ ਸਕਿੱਲ ਸ਼ਾਰਟੇਜ ਹੈ ਉਸ ਪੂਰਾ ਕਰਨ ਲਈ ਇਹਨਾਂ ਨੂੰ ਬਹੁਤ ਹੀ ਸਕਿੱਲਸ ਹੈਂਡਸ ਦੀ ਬਹੁਤ ਜ਼ਰੂਰਤ ਹੈ, ਰਾਈਟ। ਹੁਣ ਗੱਲ ਕਰੀਏ ਕਿ ਇਹਨਾਂ ਦੀ ਕੀ ਰਿਕੁਆਇਰਮੈਂਟਸ ਹੈ, ਕੀ ਐਲੀਜੀਬਿਲਿਟੀ ਹੈ, ਕੌਣ ਤੁਹਾਡੇ ਵਰਕਿੰਗ ਕਪਲਸ, ਵਰਕਿੰਗ ਪ੍ਰੋਫੈਸ਼ਨਲਸ ਕੌਣ ਜਾ ਸਕਦੇ ਹੈ। ਜਿਨ੍ਹਾਂ ਦੇ ਕੋਲ ਬੈਚਲਰਸ ਹੈ, ਮਾਸਟਰਸ ਹੈਗੀ ਤਾਂ ਦੈਟ ਇਜ਼ ਰੀਅਲੀ ਗੁੱਡ। CLB ਐਟਲੀਸਟ 7 ਹੋਵੇ, ਦੈਟ ਮੀਨਸ 6 ਈਚ ਹੋਵੇ ਜਨਰਲਸ ਦੇ ਵਿੱਚ, ਐਟਲੀਸਟ 2 ਸਾਲ ਦਾ ਐਕਸਪੀਰੀਅੰਸ ਹੋਵੇ, ਠੀਕ ਹੈ। ਏਜ ਇਹਨਾਂ 21 ਏਜ ਹੋਵੇ 25 ਤੋਂ ਲੈ ਕੇ 35 ਦੇ ਵਿੱਚ ਹੋਏ ਤਾਂ ਤੁਹਾਡਾ ਪੁਆਇੰਟਸ ਅੱਛੇ ਰਹਿੰਦੇ, ਅਦਰਵਾਈਜ਼ ਉਸ ਤੋਂ ਬਾਅਦ ਪੁਆਇੰਟਸ ਡਿਕਰੀਜ਼ ਹੁੰਦੇ ਆ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਤੁਹਾਡਾ ਜਿਹੜਾ CRS ਸਕੋਰ ਹੈਗਾ, ਦੈਟ ਸ਼ੁੱਡ ਬੀ ਅਬਵ 300। ਹੁਣ ਆਪਾਂ 300 ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਅਲਬਰਟਾ ਪ੍ਰੋਵਿੰਸ ਜੋ ਇਹ ਨੋਮੀਨੇਸ਼ਨ ਪ੍ਰੋਗਰਾਮ ਹੈ, ਦੈਟ ਮੀਨਸ ਤੁਹਾਨੂੰ 600 ਪੁਆਇੰਟਸ ਐਕਸਟਰਾ ਮਿਲਣੇ ਆ, ਰਾਈਟ। ਸੋ 300 ਪੁਆਇੰਟਸ ਵਾਸਤੇ ਅਗਰ ਤੁਸੀਂ ਕੰਪੀਟ ਕਰ ਰਹੇ ਹੋ ਵਿਦਿਨ ਆਲ ਦੀਜ਼ ਯੋਰ ਏਜ, ਐਕਸਪੀਰੀਅੰਸ, ਐਜੂਕੇਸ਼ਨ ਔਰ ਤੁਹਾਡੀ ਅਡੈਪਟੇਬਿਲਿਟੀ, ਠੀਕ ਹੈ, ਤਾਂ ਤੁਹਾਡੇ ਅਗਰ 300 ਸਕੋਰ ਹੁੰਦਾ ਤਾਂ ਤੁਸੀਂ ਇਸ ਲਈ ਕੁਆਲੀਫਾਈ ਕਰਦੇ ਹੋ। ਤੁਹਾਡਾ ਸਕੋਰ 400 ਤੇ ਉੱਪਰ ਹੈ ਜਾਂ 400 ਤੋਂ ਘੱਟ ਹੈਗਾ ਤਾਂ ਤੁਸੀਂ ਫੋਰ ਐਗਜ਼ਾਮਪਲ ਆਪਾਂ ਓਨਟਾਰੀਓ 'ਚ ਨਹੀਂ ਅਪਲਾਈ ਕਰ ਸਕਦੇ, ਬਟ ਅਲਬਰਟਾ 'ਚ ਤੁਹਾਡਾ ਸਕੋਰ 300 ਹੈ, 350, 350 ਹੈ, ਤਾਂ ਡੈਫੀਨੇਟਲੀ ਦਿਸ ਇਜ਼ ਦ ਪ੍ਰੋਵਿੰਸ ਫॉर ਯੂ, ਰਾਈਟ। ਐਜੂਕੇਸ਼ਨਲ ਡਾਕੂਮੈਂਟਸ ਕੀ ਚਾਹੀਦੇ ਨੇ? ਕਿਸ ਤਰੀਕੇ ਦੀ ਡਿਗਰੀ ਹੋਣੀ ਚਾਹੀਦੀ ਹੈ? ਟੈਕਨੋਲੋਜੀ 'ਚ ਕਿਹੜੀਆਂ ਡਿਗਰੀਜ਼ ਜਿਹੜੀਆਂ ਤੁਸੀਂ ਸੁਜੈਸਟ ਕਰ ਰਹੇ हो? जी देखिए, यहाँ स्टेम की बात हो रही है, साइंस, टेक्नोलॉजी, इंजीनियरिंग, मैथ। तो हर एक वो कैंडिडेट जिसने इंजीनियरिंग की हुई है, ठीक है, वो IT है, इलेक्ट्रिकल है, मैकेनिकल है, सिविल है, पेट्रोलियम है और बहुत सारी इंजीनियरिंग फील्ड है। जी। इसके अलावा IT में बहुत सारी हैं, आर्टिफिशियल इंटेलिजेंस है, साइबर सिक्योरिटी है, मतलब आप कह सकते हो कि स्टेम कोर्सेज साइंस, टेक्नोलॉजी, इंजीनियरिंग, मैथ, ये सारी की सारी ट्रेड्स में अगर आपने बैचलर और मास्टर्स की है तो आप ये जो अल्बर्टा टेक पाथवे प्रोग्राम है इसके लिए एलिजिबल है। 300 पॉइंट्स आपके होने चाहिए, इससे ऊपर है तो आपके लिए पॉजिटिव है। साथ में जो अल्बर्टा है वो भी जब नॉमिनेशन दिए तो 600 पॉइंट्स और मिल जाती है, तकरीबन 900 पॉइंट्स अगर हो जाते हैं तो ऑटोमेटिकली उस कैंडिडेट को इनविटेशन मिल जाती है। ओके, कुछ ऐसा प्रोसेस है कि पहले आपको वहाँ पे जाके कुछ वर्क करना पड़ेगा, उसके बाद आप पीआर में कन्वर्ट होंगे, या फिर डायरेक्ट पीआर का प्रोसेस है? ओके, सो अगेन प्रोग्राम का नाम ही हैगा मैम अल्बर्टा प्रोविंशियल नॉमिनेशन प्रोग्राम, दैट मीनस ਤੁਹਾਨੂੰ ਨੋਮੀਨੇਸ਼ਨ ਮਿਲਦੀ ਹੈ। ਸੋ ਇਹ ਪ੍ਰੋਸੈਸ ਹੀ ਬੜਾ ਈਜ਼ੀ ਹੈ। ਤੁਹਾਡਾ ਪਹਿਲਾਂ ਇੱਕ ਐਕਸਪਰਸੈਂਟੇਜ ਪ੍ਰੋਫਾਈਲ ਕ੍ਰੀਏਟ ਹੋਣਾ ਪਏਗਾ ਜਿਹਦਾ ਤੁਹਾਡਾ ਸਕੋਰ ਐਟਲੀਸਟ CRS ਸਕੋਰ 300 ਦੇ ਉੱਪਰ ਹੋਵੇ। ਉਸ ਤੋਂ ਬਾਅਦ ਤੁਹਾਡੀ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਹੁੰਦੀ ਹੈ ਵਿਦ ਗਵਰਨਮੈਂਟ ਆਫ ਅਲਬਰਟਾ। ਅਗਰ ਉਹ ਤੁਸੀਂ ਕੁਆਲੀਫਾਈ ਕਰਦੇ ਹੋ ਦੈਨ ਯੂ ਗੈਟ ਦ ਨੋਟਿਸ ਆਫ ਇਨਵੀਟੇਸ਼ਨ। ਕੀ ਹੁੰਦਾ ਕਿ ਤੁਹਾਨੂੰ ਜਿਹੜਾ ਵੀ ਕਿਸੇ ਇੰਪਲੋਇਰ ਦੇ ਵੱਲੋਂ ਇੱਕ ਫੁੱਲ ਟਾਈਮ ਜੌਬ ਆਫਰ ਜਿਹੜੀ ਕਿ PNP ਨੂੰ ਕੁਆਲੀਫਾਈ ਕਰਦੀ ਹੈ, ਅਗਰ ਤੁਹਾਨੂੰ ਉਹ ਮਿਲੀ ਹੋਈ ਹੈ ਤਾਂ ਦੈਟ ਇਜ਼ ਦਾ ਕਹਿੰਦੇ ਨਾ ਕਿ ਆਈਸ ਬ੍ਰੇਕਰ ਫॉर ਯੂ, ਰਾਈਟ। ਉਹਦੇ 'ਚ ਕੀ ਹੈਗਾ ਕਿ ਤੁਹਾਡੀ ਅਗਰ ਉਹ ਡਾਕੂਮੈਂਟਸ ਤੁਹਾਡੇ ਸਾਰੇ ਇੰਪਲੋਇਰ ਦੇ ਡਾਕੂਮੈਂਟਸ ਜਾ ਰਹੇ ਨੇ, ਤੁਹਾਨੂੰ ਅਸੈਸਮੈਂਟ ਤੋਂ ਬਾਅਦ ਜਿਹੜੀ ਗਵਰਨਮੈਂਟ ਆਫ ਅਲਬਰਟਾ ਤੁਹਾਨੂੰ ਇੱਕ ਨੋਮੀਨੇਸ਼ਨ ਦੇ ਰਹੀ ਹੈ, ਤਾਂ ਉਹ ਜਿਹੜੀ 600 ਪੁਆਇੰਟਸ ਹੈਗੇ ਤੁਹਾਡੇ X% ਦੇ ਜਿਹੜੇ ਫੈਡਰਲ ਪੂਲ 'ਚ ਚਲੇ ਜਾਂਦੇ ਆ, ਤਾਂ ਤੁਹਾਨੂੰ ਉਸ ਤੋਂ ਬਾਅਦ ITA ਇਸ਼ੂ ਹੁੰਦੀ ਹੈ। ਓਕੇ, ਕਿਸੇ ਇੰਪਲੋਇਰ ਦੇ ਕੋਲ ਜਾ ਕੇ ਉੱਥੇ ਕੰਮ ਕਰਨਾ ਪੈਂਦਾ? ਨਹੀਂ, ਐਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਦੇਖੋ, ਇਹਦੇ ਕੋਲ ਨੋਮੀਨੇਸ਼ਨ ਬਾਅਦ ਕਲਾਇੰਟ ਕੋਲ 2 ਆਪਸ਼ਨਸ ਹੁੰਦੀਆਂ, ਈਦਰ ਗੋ ਔਨ ਏ ਵਰਕ ਪਰਮਿਟ ਜਾਂ ਤੁਸੀਂ PR ਤੋਂ ਬਾਅਦ ਡਾਇਰੈਕਟ ਐਜ਼ ਏ ਲੈਂਡਡ ਇਮੀਗ੍ਰੈਂਟ ਉੱਥੇ ਪਹੁੰਚੋ। ਠੀਕ ਹੈ। ਸੋ ਪਹਿਲੀ ਆਪਸ਼ਨ ਕੀ ਹੈਗੀ ਹੈ ਕਿ ਤੁਸੀਂ ਫੋਰ ਐਗਜ਼ਾਮਪਲ ਕਿਸੇ ਕਲਾਇੰਟ ਦਾ ਆਪਣੇ ਕਿਸੇ ਦਾ PNP ਜਦੋਂ ਅਪਰੂਵ ਹੁੰਦੀ ਹੈ ਤਾਂ he or she they can apply for the letter of support with government of Alberta। ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਸਿੱਧਾ ਹੀ ਅਲਬਰਟਾ ਗਵਰਨਮੈਂਟ ਨੂੰ ਆਪਣਾ ਇੰਟਰਸਟ ਦਿਖਾ ਰਹੇ ਹੋ ਕਿ ਅਸੀਂ ਪਹਿਲਾਂ ਕੰਮ ਤੇ ਆਉਣਾ ਚਾਹੁੰਦੇ ਹਾਂ,
ਕੰਮ ਤੇ ਉੱਥੇ ਆਓ, ਗਵਰਨਮੈਂਟ ਤੋਂ ਲੈਟਰ ਆਫ ਸਪੋਰਟ ਲਓ, ਆ ਕੇ ਉੱਥੇ ਕਿਸੇ ਵੀ EMPLOYER ਦੇ ਨਾਲ ਕੰਮ ਕਰ ਸਕਦੇ ਹੋ, ਕੋਈ ਬਾਉਂਡਡ ਨਹੀਂ ਹੈਗੇ, ਤੁਸੀਂ ਉਸੇ ਹੀ ਸਪੈਸੀਫਿਕ EMPLOYER ਕੋਲ ਕੰਮ ਕਰਨਾ ਹੈ। ਐਂਡ ਮੀਨ ਟਾਈਮ ਜਿਹੜਾ ਫੈਡਰਲ ਪ੍ਰੋਸੈਸ ਹੈਗਾ ਤੁਹਾਡਾ PR ਦਾ, that takes around 6 to like 8-9 months, ਜਿੰਨਾ ਵੀ ਤੁਹਾਡਾ ਫੈਡਰਲ ਪ੍ਰੋਸੈਸਿੰਗ ਟਾਈਮ ਰਹਿੰਦਾ ਉਸ ਟਾਈਮ ਦੇ ਵਿੱਚ ਹੋਏਗਾ। ਤੁਹਾਨੂੰ ਇੱਕ ਵਾਰ PR ਮਿਲਦੀ ਹੈ, ਉਸ ਤੋਂ ਬਾਅਦ ਤੁਸੀਂ ਉਸ ਪ੍ਰੋਵਿੰਸ ਰਹਿਣਾ ਜਾਂ ਮੂਵ ਆਊਟ ਹੋਣਾ ਹੈ, ਇਸ ਆਲ ਅਪ ਟੂ ਯੂ। ਪ੍ਰੋਸੈਸਿੰਗ ਟਾਈਮ ਕਿੰਨਾ ਹੈ ਪਹਿਲੇ ਦਿਨ ਤੋਂ ਲੈ ਕੇ ਜਦੋਂ ਤੱਕ ਇਨਵੀਟੇਸ਼ਨ ਨਹੀਂ ਆ ਜਾਂਦਾ, ਕਿੰਨਾ ਸਮਾਂ? ਸੀ ਜਿਹੜੇ ਐਕਸਪ੍ਰੈਸ਼ਨ ਆਫ ਇੰਟਰਸਟ ਹੈਗਾ ਜਨਰਲੀ ਉਹ 1 ਤੋਂ 1.5 ਮਹੀਨੇ ਦੇ ਵਿੱਚ ਗਵਰਨਮੈਂਟ ਆਫ ਅਲਬਰਟਾ ਤੁਹਾਨੂੰ ਕਲੀਅਰ ਕਰ ਦਿੰਦੀ ਕਿ ਤੁਹਾਨੂੰ ਅੱਗੇ ਤੁਸੀਂ ਅਪਲਾਈ ਕਰ ਸਕਦੇ ਹੋ, ਡਾਕੂਮੈਂਟ ਸਬਮਿਟ ਕਰ ਸਕਦੇ ਹੋ ਜਾਂ ਨਹੀਂ। ਦੈਟ ਮੀਨ ਉਸ ਤੋਂ ਤੁਹਾਡੀ 1 ਮਹੀਨੇ ਤੁਹਾਡੀ ਅਸੈਸਮੈਂਟ ਕਰਦੇ ਆ ਕਿ ਕੀ ਤੁਹਾਡਾ ਜਿਹੜਾ ਕਲਾਇੰਟ ਦੇ ਡਾਕੂਮੈਂਟਸ ਹੈ, ਐਜੂਕੇਸ਼ਨ ਹੈ, ਸਾਰਾ ਕੁਝ ਓਕੇ ਹੈ, ਪਲੱਸ ਜਿਹੜੇ EMPLOYER ਦੇ ਵੱਲੋਂ ਉਹਨੂੰ ਜੌਬ ਆਫਰ ਹੈਗੀ ਕਿ ਉਹ ਉਸ ਪ੍ਰੋਵਿੰਸ ਦੇ ਜਿਹੜੇ ਹੈਗੇ ਹੈ ਕ੍ਰਾਈਟੇਰੀਆਸ ਨੂੰ ਪੂਰਾ ਕਰਦਾ ਹੈ। ਅਗਰ ਇਹ ਦੋਨੋਂ ਚੀਜ਼ਾਂ ਮੈਚ ਹੁੰਦੀਆਂ ਤਾਂ ਡੈਫੀਨਿਟਲੀ ਤੁਹਾਨੂੰ ਜਿਹੜਾ ਹੈਗਾ ਨੋਟਿਸ ਆਫ ਇਨਵੀਟੇਸ਼ਨ ਮਿਲਦਾ ਹੈ। ਫੈਮਿਲੀ ਨਾਲ ਅਪਲਾਈ ਕੀਤਾ ਜਾ ਸਕਦਾ ਹੈ ਕਿ ਪਹਿਲਾਂ ਸਿੰਗਲ ਐਪਲੀਕੈਂਟ ਹੀ ਜਾਏਗਾ ਫਿਰ ਉਹ ਇਨਵਾਈਟ ਕਰੇਗਾ? ਨਹੀਂ, ਡੈਫੀਨਿਟਲੀ ਮੈਮ, ਫੈਮਿਲੀ ਇਜ਼ ਅ ਪਾਰਟ ਆਫ ਦ ਐਪਲੀਕੇਸ਼ਨ। ਅਗੇਨ ਫੈਮਿਲੀ ਜਾ ਰਹੀ ਹੈ ਓਪਨ ਵਰਕ ਪਰਮਿਟ ਤੇ, ਠੀਕ ਹੈ। ਅਗਰ ਤੁਸੀਂ ਇੱਥੋਂ ਹੀ PR ਜਾ ਰਹੇ ਹੋ ਡੈਫੀਨਿਟਲੀ ਸਾਰੇ ਮੈਂਬਰਸ PR ਜਾ ਰਹੇ ਹੈ। ਅਦਰਵਾਈਜ਼ ਤੁਸੀਂ ਕੰਮ ਤੇ ਜਾ ਰਹੇ ਹੋ ਤਾਂ ਅਗੇਨ ਕੰਡੀਸ਼ਨਸ ਉਹੀ ਹੈ, ਤੁਹਾਨੂੰ ਵਰਕ ਪਰਮਿਟ ਮਿਲਦਾ ਹੈ, ਬੱਚਿਆਂ ਨੂੰ ਵਿਜ਼ਟਰ ਰਿਕਾਰਡਸ ਉੱਥੇ ਜਾ ਕੇ ਤੁਸੀਂ ਸਟੱਡੀ ਕਰ ਸਕਦੇ ਹੋ, ਤੁਹਾਨੂੰ ਹੈਲਥ ਇੰਸ਼ੋਰੈਂਸ ਬੈਨੀਫਿਟਸ ਜੋ ਇੱਕ ਕੈਨੇਡੀਅਨਸ ਨੂੰ ਮਿਲਦੇ ਹੈ, ਫੁੱਲ ਟਾਈਮ ਤੁਸੀਂ ਕੰਮ ਕਰ ਸਕਦੇ ਹੋ। ਸੋ ਯੂ ਹੈਵ ਆਲ ਦ ਲਾਈਕ ਐਡਵਾਂਟੇजेस। ਜਿਵੇਂ ਫੈਡਰਲ ਦੇ ਵਿੱਚ ਕਈ ਵਾਰੀ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਹਸਬੈਂਡ ਵਾਈਫ ਦੋਨਾਂ ਦੀ ਪ੍ਰੋਫਾਈਲ ਉਹ ਇੱਕ ਦੂਜੇ ਨੂੰ ਦੋਨੋਂ ਕਿਤੇ ਨਾ ਕਿਤੇ ਪੁਆਇੰਟਸ ਐਡ ਆਨ ਕਰਦੇ ਨੇ, ਚਾਹੇ CRS ਸਕੋਰ ਜਿੱਦੋਂ ਇੰਪਰੂਵ ਕਰਨਾ ਹੈ, ਐਜੂਕੇਸ਼ਨ ਨਾਲ ਜਾਂ IELTS ਦੇ ਸਕੋਰ ਦੇ ਨਾਲ। ਇੱਥੇ ਵੀ ਕੁਝ ਐਸਾ ਹੋ ਸਕਦਾ ਹੈ ਕਿ ਇੱਕੋ ਮੇਨ ਐਪਲੀਕੈਂਟ ਦੇ ਸਿਰ ਦੇ ਉੱਤੇ ਸਾਰੀ ਫੈਮਿਲੀ PR ਹੋ ਜਾਏਗੀ? ਦੇਖੋ, ਇਹ ਤੁਹਾਡਾ ਜਿਹੜਾ ਕੁਐਸਚਨ ਹੈਗਾ ਨਾ, ਇਹ ਬੜਾ ਹੀ ਇੰਪੋਰਟੈਂਟ ਹੈ ਕਿਉਂਕਿ ਕਲਾਇੰਟਸ ਦੇ ਪਰਸਪੈਕਟਿਵ ਤੋਂ ਕੀ ਹੈ, ਫॉर एग्जांपल ਕਿਸੇ ਕਲਾਇੰਟ ਦੀ ਮਾਸਟਰਸ ਕੀਤੀ ਹੋਈ ਹੈ, ਉਹਦਾ IELTS ਦਾ ਸਕੋਰ ਲਾਈਕ CLB 8 ਜਾਂ CLB 9 ਲੈਵਲ ਤੱਕ, ਦੈਟ ਮੀਨ 7.5 ਤੋਂ ਜਾਂ 8 ਬੈਂਡ ਦੇ ਆਸ-ਪਾਸ 9 ਬੈਂਡਸ ਤੱਕ ਹੈਗੇ ਆ, ਤਾਂ ਡੈਫੀਨਿਟਲੀ ਉਹਨੂੰ ਆਪਦੇ ਸਪਾਊਸ ਨੂੰ IELTS ਕਰਵਾਉਣ ਦੀ ਜਾਂ ਸਪਾਊਸ ਦੇ ਪੁਆਇੰਟਸ ਦੀ ਇੰਨੀ ਜ਼ਰੂਰਤ ਨਹੀਂ ਰਹਿੰਦੀ क्योंकि क्राइटेरिया ही है कि अपन 300 के ऊपर पॉइंट्स चाहिए, राइट? ठीक है। तो प्रदीप जी, आप किन लोगों की हेल्प करेंगे, किनको इनवाइट करना चाहेंगे इस प्रोग्राम के लिए? देखिए, अल्बर्टा टेक पाथ में जहाँ बात हो रखी है कि भाई स्टेम कोर्सेज वाले सारे कैंडिडेट्स अप्लाई कर सकते हैं। अगर आपने बैचलर या मास्टर्स की है स्टेम कोर्सेज में और उसके बाद आपका वर्क एक्सपीरियंस है, आप सिंगल है चाहे मैरिड है, आपका 300 स्कोर अगर बनता है, पहले तो आप आइए हमारे पास RCIC रेगुलेटेड कैनेडियन इमिग्रेशन कंसल्टेंट की पूरी टीम है, इंडिया में भी बैठी है और ऑस्ट्रेलिया अपने कनाडा ऑफिस में भी बैठी है। तो आप आइए, अपने सारे एकेडमिक डॉक्यूमेंट और अपना वर्क एक्सपीरियंस के बाद हम देखेंगे आप किस कोड में फॉल करते हैं, उसके बाद आपका स्कोर कैलकुलेट करेंगे और उसके बाद अगर आप एलिजिबल होंगे तो डेफिनेटली हमारी टीम आपकी हेल्प करेगी। आपको डायरेक्टली चलते यहीं से PR अगर लेनी है तो वो भी पॉसिबल है, और आपने अगर वर्क वीज़ा पे जाना है तो वो भी पॉसिबल है। राइट। सो कौन सा स्टेप आप चूज करना चाहते हैं उसकी आप इन्फॉर्मेशन लेने के लिए नंबर पे हमारे साथ जुड़ सकते हैं। फिलहाल प्रदीप जी, जसमीत जी, बहुत बहुत शुक्रिया थैंक यू सो मच जी। सो अल्बर्टा टेक प्रोग्राम ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਟੈਕਨੋਲੋਜੀ ਨਾਲ ਜੁੜੇ ਆਪਣੀ ਸਟੱਡੀ ਕੀਤੀ ਹੈ, ਬੈਚਲਰਸ ਕੀਤੀ ਹੈ ਜਾਂ ਫਿਰ ਮਾਸਟਰਸ ਕੀਤੀ ਹੈ, ਐਕਸਪੀਰੀਅੰਸ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ CLB 7 ਦਾ ਜੇਕਰ ਬੈਂਡ ਸਕੋਰ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਜੁੜ ਸਕਦੇ ਹੋ। ਸਕਰੀਨ ਦੇ ਹੇਠਾਂ ਨੰਬਰ ਸਾਂਝੇ ਕਰ ਰਹੇ ਹਾਂ ਔਰ RCIC ਮੈਂਬਰ ਦੀ ਹੈਲਪ ਦੇ ਨਾਲ ਆਪਣੀ ਫਾਈਲ ਨੂੰ ਲਾਂਚ ਕਰਕੇ ਤੁਸੀਂ ਕੈਨੇਡਾ ਮੂਵ ਹੋ ਸਕਦੇ ਹੋ। ਹਾਜ਼ਰ ਹੋਵਾਂਗੇ, ਧਿਆਨ ਰੱਖੋ ਜੀ। ਸਤਿ ਸ਼੍ਰੀ ਅਕਾਲ।